ਜਾਣਦੇ ਹੀ ਹੋ ਕਿ ਰੇਡੀਓ ਖੁਸ਼ੀ 90.4 FM ਤੇ ਅਸੀਂ ਜੀਵਨ ਜਾਚ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਦੇ ਹਾਂ ਉਹਨਾਂ ਵੀਰਾਂ ਦੇ ਨਾਲ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਹੈ, ਜੋ ਇਸ ਸਮਾਜ ਨੂੰ ਹੋਰ ਸੋਹਣਾ ਤੇ ਵਧੀਆ ਬਣਾਉਣਾ ਚਾਹੁੰਦੇ ਆ। ਤੇ ਇਸੇ ਤਰ੍ਹਾਂ ਦੇ ਹੀ ਅੱਜ ਇੱਕ ਸ਼ਖਸੀਅਤ ਵੀਰ ਗੁਰਪ੍ਰੀਤ ਸਿੰਘ ਜੀ, ਸਿੱਖ ਕੈਰੀਅਰ ਗਰੋਥ ਨਿਸ਼ਕਾਮ ਵੈਲਫੇਅਰ ਸੁਸਾਇਟੀ ਨਵੀਂ ਦਿੱਲੀ ਤੋਂ ਸਾਡੇ ਨਾਲ ਹੈ। ਤੇ ਅੱਜ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਦੇ ਨਾਲ ਕਰਨੀਆਂ ਨੇ ਗੱਲਾਂ ਸਿੱਖ ਕੈਰੀਅਰ ਗਰੋਥ ਕਾਉਂਸਲਿੰਗ ਤੇ ਸਭ ਤੋਂ ਪਹਿਲਾਂ ਆਓ ਅਸੀਂ ਕਰਦੇ ਹਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਰੇਡੀਓ ਖੁਸ਼ੀ ਤੇ ਸਵਾਗਤ, ਫੇਰ ਕਰਾਂਗੇ ਉਹਨਾਂ ਨਾਲ ਖੂਬ ਸਾਰੀਆਂ ਗੱਲਾਂ। ਤੇ ਵੀਰ ਗੁਰਪ੍ਰੀਤ ਸਿੰਘ ਜੀ, ਰੇਡੀਓ ਖੁਸ਼ੀ ਤੇ ਆਪ ਜੀ ਦਾ ਸਵਾਗਤ ਜੀ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਵੀਰ ਗੁਰਪ੍ਰੀਤ ਸਿੰਘ ਜੀ, ਮੇਰੀ ਆਵਾਜ਼ ਸੁਣ ਰਹੇ ਹੋ? ਤੇ ਦੋਸਤੋ, ਸਾਡਾ ਜੋ ਸੰਪਰਕ ਹੈ ਉਹ ਵੀਰ ਗੁਰਪ੍ਰੀਤ ਸਿੰਘ ਜੀ ਦੇ ਨਾਲੋਂ ਟੁੱਟ ਗਿਆ ਹੈ ਤੇ ਦੁਬਾਰਾ ਅਸੀਂ ਉਹਨਾਂ ਦੇ ਨਾਲ ਆਪਣਾ ਸੰਪਰਕ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਅਸੀਂ ਉਹਨਾਂ ਦੇ ਨਾਲ ਖੂਬ ਸਾਰੀਆਂ ਗੱਲਾਂ ਕਰ ਸਕੀਏ ਤੇ ਉਹਨਾਂ ਤੋਂ ਅਸੀਂ ਜਾਣ ਸਕੀਏ ਕਿ ਸਾਡੀ ਜੋ ਕੈਰੀਅਰ ਕਾਉਂਸਲਿੰਗ ਹੈ ਉਹ ਕਿੰਨੀ ਜ਼ਰੂਰੀ ਹੈ ਸਾਡੇ ਬੱਚਿਆਂ ਨੂੰ। ਹਾਂਜੀ ਵੀਰ ਗੁਰਪ੍ਰੀਤ ਸਿੰਘ ਜੀ, ਰੇਡੀਓ ਖੁਸ਼ੀ ਤੇ ਆਪ ਜੀ ਦਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸ਼ਰੋਤਾਵਾਂ ਨੂੰ ਜਿਹੜੇ ਕਿ ਰੇਡੀਓ ਖੁਸ਼ੀ 90.8 FM ਤੇ ਹੁਣ ਸਾਡੇ ਨਾਲ ਲੱਗੇ ਹੋਏ ਨੇ, ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਰਾਮ ਰਾਮ ਤੇ ਅੱਜ ਈਦ ਹੈਗੀ ਹੈ, ਈਦ ਮੁਬਾਰਕ। ਬਿਲਕੁਲ ਜੀ, ਬਹੁਤ ਵਧੀਆ। ਤੇ ਸਭ ਤੋਂ ਪਹਿਲਾਂ ਮੈਂ ਇਹ ਆਪ ਜੀ ਨੂੰ ਇੱਕ ਕੁਐਸਚਨ ਕਰਾਂਗਾ ਕਿ ਤੁਸੀਂ ਪ੍ਰੋਗਰਾਮ ਪੰਜਾਬੀ ਦੇ ਵਿੱਚ ਪ੍ਰੈਫਰ ਕਰੋਗੇ ਜਾਂ ਹਿੰਦੀ ਦੇ ਵਿੱਚ? ਆਪਾਂ ਕਿਹੜੀ ਲੈਂਗੁਏਜ ਦੇ ਵਿੱਚ ਕਰ ਸਕਦੇ, ਕਿਉਂਕਿ ਅਸੀਂ ਦੋਨੋਂ ਹੀ ਲੈਂਗੁਏਜ ਦੇ ਵਿੱਚ ਕਰ ਸਕਦੇ ਹਾਂ ਪ੍ਰੋਗਰਾਮ। ਤੇ ਜੇਕਰ ਤੁਸੀਂ ਹਿੰਦੀ ਚਾਹੋ ਤੇ ਹਿੰਦੀ 'ਚ ਵੀ ਗੱਲ ਕੀਤੀ ਜਾ ਸਕਦੀ ਹੈ, ਪੰਜਾਬੀ ਚਾਹੋ ਤੇ ਪੰਜਾਬੀ 'ਚ ਗੱਲ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲੇ ਤੇ ਥੋੜ੍ਹਾ ਜਿਹਾ ਮੈਨੂੰ ਇਜਾਜ਼ਤ ਦੇ ਦਿਓ ਔਰ ਦੱਸ ਦਿਓ ਕਿ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ ਬੋਲਣਾ ਪਸੰਦ ਕਰੋਗੇ। ਜੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਆਪਾਂ ਏਦਾਂ ਵੀ ਕਰ ਸਕਦੇ ਹਾਂ ਕਿ ਅਸੀਂ ਮਿਕਸ ਕਰਕੇ ਕਰ ਲਾਂਗੇ। ਬਿਲਕੁਲ ਜੀ, ਬਿਲਕੁਲ। ਤਾਂ ਕਿ ਸਾਨੂੰ ਜਿੱਥੇ ਜਿਹੜੇ ਵਰਡਸ ਲੱਗਣਗੇ ਕਿ ਬਈ ਇੰਗਲਿਸ਼ ਦੇ ਚਾਹੀਦੇ ਆ, ਕਿਉਂਕਿ ਨਾਰਮਲੀ ਅਸੀਂ ਪ੍ਰੋਫੈਸ਼ਨਲ ਜ਼ਿੰਦਗੀ 'ਚ ਇੰਗਲਿਸ਼ ਦੇ ਵਰਡ ਯੂਜ਼ ਕਰਦੇ ਆ, ਪਰ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈਗੀ ਹੈ ਤੇ ਅਸੀਂ ਪੰਜਾਬੀ 'ਚ ਜ਼ਰੂਰ ਕਰਨਾ ਚਾਹਾਂਗੇ। ਵਿਚਾਰ ਅਸੀਂ ਜ਼ਰੂਰ ਹਿੰਦੀ ਵੀ, ਤਾਂ ਕਿ ਸਾਰੇ ਸਰੋਤੇ ਨਾਲ ਜਿਹੜੇ ਐਮਫੈਸਿਸ ਦੇਣ ਵਾਲੀ ਚੀਜ਼ਾਂ ਹੋਣਗੀਆਂ ਉਹ ਮੈਂ ਹਿੰਦੀ ਦੇ ਵਿੱਚ ਵੀ ਸ਼ਰੋਤਾਵਾਂ ਦੇ ਨਾਲ ਜ਼ਰੂਰ ਰਿਪੀਟ ਕਰ ਦਵਾਂਗਾ। ਸਭ ਤੋਂ ਪਹਿਲਾਂ ਤੇ ਵੀਰ ਜੀ, ਸਾਡੇ ਲਿਸਨਰਸ ਤੁਹਾਡੀ ਲਾਈਫ ਦੇ ਬਾਰੇ ਜਾਣਨਾ ਚਾਹਣਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ, ਕਿਹੜੇ ਤੁਸੀਂ ਖੇਤਰ ਦੇ ਨਾਲ ਸੰਬੰਧਿਤ ਹੋ, ਔਰ ਤੁਸੀਂ ਇਹ ਜੋ ਸਿੱਖ ਕੈਰੀਅਰ ਗਰੋਥ ਨਾਮ ਦੀ ਸੰਸਥਾ ਹੈ ਇਹ ਕਿਸ ਤਰ੍ਹਾਂ ਹੋਣ ਦੇ ਵਿੱਚ ਆਈ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਲਿਸਨਰਸ ਦੇ ਨਾਲ ਤੁਸੀਂ ਸ਼ੇਅਰ ਕਰੋ ਜੀ। ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁਰਵੈਲ ਸਿੰਘ ਜੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈਗਾ ਜੀ ਤੇ ਮੈਂ ਦਿੱਲੀ ਤੋਂ ਬਿਲੋਂਗ ਕਰਦਾ ਜੀ। ਮੈਂ ਬੋਰਨ ਐਂਡ ਬ੍ਰੌਟ ਅਪ ਦਿੱਲੀ 'ਚ ਹੋਇਆ ਜੀ ਤੇ ਮੇਰੀ ਉਮਰ ਇਸ ਟਾਈਮ ਤੇ 49 ਇਅਰਸ ਹੈਗੀ ਹੈ ਜੀ। ਤੇ ਮੈਨੂੰ ਤਕਰੀਬਨ 25 ਸਾਲਾਂ ਤੋਂ ਜ਼ਿਆਦਾ ਮੈਂ ਕਾਰਪੋਰੇਟ ਜਗਤ ਦੇ ਵਿੱਚ MNCs ਦੇ ਨਾਲ ਮੈਂ ਕੰਮ ਕਰਦਾ ਰਿਹਾ ਔਰ ਮੈਂ ਹੁਣ ਵੀ ਇਸ ਟਾਈਮ ਤੇ ਮੈਂ ਇੱਕ ਸਵੀਡਨ ਕੰਪਨੀ ਦੇ ਨਾਲ ਇੱਕ ਪ੍ਰੋਫੈਸ਼ਨਲੀ ਉਹਨਾਂ ਦੇ ਨਾਲ ਜੁੜਿਆ ਹੋਇਆ ਕੰਮ ਕਰਦਾ ਤੇ ਪਰ ਨਾਲ ਅਸੀਂ ਜ਼ਰੂਰ ਇਹ ਕੋਸ਼ਿਸ਼ ਕਰੀਦੀ ਹੈ ਕਿ ਆਪਾਂ ਕੁਛ ਨਾ ਕੁਛ ਕੰਟਰੀਬਿਊਸ਼ਨ ਬੈਕ ਟੂ ਦਾ ਸੋਸਾਇਟੀ ਕਰੀਏ ਜੀ ਜੀ। ਤੇ ਜੋ ਵੀ ਸਾਨੂੰ ਆਂਦਾ ਹੈ, ਜੋ ਵੀ ਸਾਨੂੰ ਸਿੱਖਿਆ ਹੈ ਅਸੀਂ ਤੇ ਉਹ ਮੈਂ ਜ਼ਰੂਰ ਆਪਣੇ ਸਮਾਜ ਵਿੱਚ ਵਾਪਸ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜੀ ਅਸੀਂ। ਜੀ ਜੀ ਜੀ, ਬਹੁਤ ਵਧੀਆ ਸਰ ਤੁਸੀਂ ਇਹ ਜਿਹੜਾ ਦੱਸਿਆ ਹੈ। ਤੇ ਸਾਡੀ ਸਭ ਤੋਂ ਪਹਿਲੇ ਇਹੀ ਰਹੇਗੀ ਕਿ ਜੋ ਸਿੱਖ ਕੈਰੀਅਰ ਗਰੋਥ ਹੈਗੀ ਹੈ ਇਹ ਕੀ ਚੀਜ਼ ਹੈ ਔਰ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਇਹਦੇ ਵਿੱਚ ਕੀ ਕੀ ਤੁਹਾਡੀਆਂ ਪਲੈਨਿੰਗਸ ਰਹਿੰਦੀਆਂ ਸਰ? ਜੀ ਮੈਂ ਸਿੱਖ ਕੈਰੀਅਰ ਗਰੋਥ ਦੇ ਬਾਰੇ ਦੱਸਣ ਤੋਂ ਪਹਿਲੇ ਥੋੜਾ ਜਿਹਾ ਆਪਣੇ ਬਾਰੇ ਹੋਰ ਵੀ ਦੱਸ ਦੇਣਾ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਜਿਹੜਾ ਕਾਰਪੋਰੇਟ ਐਕਸਪੀਰੀਅੰਸ ਹੈਗਾ ਉਹ ਤਕਰੀਬਨ 25 ਸਾਲਾਂ ਤੋਂ ਜ਼ਿਆਦਾ ਹੈਗਾ ਜੀ। ਤੇ ਇਹਨਾਂ ਦੌਰਾਨ ਮੈਂ ਬੇਸਿਕਲੀ ਮੇਰਾ ਕੈਰੀਅਰ ਜਿਹੜਾ ਸਟਾਰਟ ਮੈਂ ਕੀਤਾ ਉਹ ਮੈਂ ਸੌਫਟਵੇਅਰ ਇੰਜੀਨੀਅਰਿੰਗ ਤੋਂ ਸਟਾਰਟ ਕੀਤਾ ਸੀ ਤੇ ਮੈਂ
ਪ੍ਰੋਗਰਾਮਿੰਗ ਕਰਦਾ ਹੁੰਦਾ ਸੀ ਸਟਾਰਟਿੰਗ ਆਫ ਮਾਈ ਕਰੀਅਰ ਦੇ ਵਿੱਚ। ਤੇ ਮੈਂ IT ਦਾ ਬੰਦਾ ਹੈਗਾ ਜੀ, ਮੈਂ ਪ੍ਰੋਗਰਾਮਿੰਗ ਦੇ ਵਿੱਚ ਸਟਾਰਟ ਕੀਤਾ ਆਪਣਾ ਕਰੀਅਰ। ਤੇ ਮੈਂ HCL ਜਿਵੇਂ ਕੰਪਨੀਜ਼ ਹੈਗੀਆਂ ਨੇ, HCL ਹੋ ਗਈ, ਲੌਜਿਕਾ CMG ਹੋ ਗਈ, UK ਦੀ ਡੱਚ ਕੰਪਨੀ ਹੈਗੀ ਸੀ। ਫਿਰ ਮੈਂ NIT ਟੈਕਨੋਲੋਜੀ ਵਿੱਚ ਕੰਮ ਕੀਤਾ, ਐਰਿਕਸਨ ਵਿੱਚ ਕੀਤਾ, ਮੈਂ ਬਹੁਤ ਮਲਟੀਨੈਸ਼ਨਲ ਕੰਪਨੀਆਂ 'ਚ ਕੰਮ ਕੀਤਾ ਹੋਇਆ ਹੈ। ਤੇ ਬੈਕਗਰਾਉਂਡ IT ਦਾ ਜ਼ਰੂਰ ਰਿਹਾ, ਪਰ ਤਕਰੀਬਨ 2005 ਤੋਂ ਲੈ ਕੇ ਔਰ 2024 ਚੱਲ ਰਿਹਾ, ਤਕਰੀਬਨ 17-18 ਸਾਲ ਹੋ ਗਏ ਆ। ਤੇ ਮੇਰਾ ਜਿਹੜਾ ਫੋਟੇ ਹੈਗਾ ਉਹ ਵੱਡੇ ਵੱਡੇ ਪ੍ਰੋਗਰਾਮਸ ਮੈਨੇਜ ਕਰਨ ਦਾ ਮੇਰਾ ਐਕਸਪੀਰੀਅੰਸ ਹੈਗਾ। ਜਦੋਂ ਮੈਂ ਕਹਿੰਦਾ ਵੱਡੇ ਪ੍ਰੋਗਰਾਮਸ, ਤੇ ਜਦੋਂ ਵੀ ਕਿਸੇ ਕੰਪਨੀ ਨੂੰ ਕੋਈ ਵੱਡਾ ਕੰਟਰੈਕਟ ਮਿਲਦਾ ਹੈ, ਜਿਵੇਂ IT ਕੰਪਨੀਜ਼ ਨੂੰ ਮਿਲਦਾ ਹੈ ਕੰਟਰੈਕਟਸ IT ਦੇ ਪੂਰਾ ਸਿਸਟਮਸ ਨੂੰ ਓਵਰਟੇਕ ਕਰਨ ਦਾ, ਠੀਕ ਹੈ। ਤੇ ਉਹਦੇ ਵਿੱਚ ਸਾਰੇ ਸਿਸਟਮਸ ਆਉਂਦੇ ਨੇ, ਸਾਰੇ ਮੇਨ ਫ੍ਰੇਮ ਸਿਸਟਮਸ ਹੁੰਦੇ ਨੇ, ਡੈਸਕਟਾਪ ਸਿਸਟਮਸ ਹੁੰਦੇ ਨੇ, ਐਪਲੀਕੇਸ਼ਨਸ ਹੁੰਦੀਆਂ ਨੇ, ਇਨਫਰਾਸਟ੍ਰਕਚਰ ਹੁੰਦਾ IT ਦਾ। ਉਹ ਸਭ ਕੁਝ ਦਾ ਕੰਟਰੈਕਟ ਇੱਕ ਕੰਪਨੀ ਨੂੰ ਮਿਲਦਾ ਹੈ, ਜਿਵੇਂ ਕਿ ਇਨਫੋਸਿਸ ਹੋ ਗਈ, HCL ਹੋ ਗਈ, ਇਸ ਤਰ੍ਹਾਂ ਦੀ ਕੰਪਨੀਆਂ ਨੂੰ ਮਿਲਦਾ ਹੈ। ਤੇ ਇਸ ਤਰ੍ਹਾਂ ਦੀ ਕੰਪਨੀਆਂ ਜਿਹੜੇ ਹੁੰਦੇ ਨੇ ਉਹ ਫਿਰ ਐਕਸਪੀਰੀਅੰਸਡ ਪ੍ਰੋਫੈਸ਼ਨਲਸ ਰੱਖਦੇ ਆ, ਮੇਰੇ ਵਰਗੇ, ਜਿਹੜੇ ਕਿ ਉਹ ਪੂਰੇ ਦਾ ਪੂਰੇ ਜਿਹੜਾ ਪ੍ਰੋਗਰਾਮ ਹੁੰਦਾ ਹੈ, $multi million ਦੇ ਪ੍ਰੋਗਰਾਮਸ ਹੁੰਦੇ ਨੇ, ਮਲਟੀ ਜੀਓਗ੍ਰਾਫੀ ਹੁੰਦੀ ਹੈ ਉਹਦੇ ਵਿੱਚ। ਕੁਝ ਆਫਿਸਿਸ ਉਹਨਾਂ ਦੇ ਅਲੱਗ-ਅਲੱਗ ਕੰਟਰੀਜ਼ ਵਿੱਚ ਹੁੰਦੇ ਨੇ, ਕੁਝ ਇੰਡੀਆ ਦੇ ਵਿੱਚ ਹੁੰਦੇ ਨੇ। ਇਹ ਸਭ ਨੂੰ ਸੰਭਾਲਣਾ, ਔਰ ਆਪਣੇ ਥੱਲੇ ਟੀਮਸ ਬਣਾਉਣੀਆਂ, ਇਹ ਮੇਰਾ ਕੰਮ ਹੁੰਦਾ ਹੈ ਜੀ। ਬਿਲਕੁਲ ਜੀ, ਮੈਂ ਵੱਡੇ ਸਟ੍ਰੈਟੇਜਿਕ ਪ੍ਰੋਗਰਾਮਸ ਸੰਭਾਲਦਾ ਤੇ ਤਕਰੀਬਨ ਮੈਨੂੰ 17-18 ਸਾਲ ਹੋ ਗਏ ਆ ਇਹ ਵੱਡੇ ਇਨੀਸ਼ੀਏਟਿਵ ਸੰਭਾਲਣ ਦੇ। ਇਹਦੇ ਨਾਲ ਮੈਂ CEOs ਔਰ CXOs ਦੇ ਨਾਲ ਬੜੇ ਨੇੜੇ ਤੇ ਕੰਮ ਕੀਤਾ ਹੈ, ਉਹਨਾਂ ਨੂੰ ਕੰਸਲਟਿੰਗ ਦਿੱਤੀ ਹੋਈ ਹੈ, ਬਿਜ਼ਨਸ ਕੰਸਲਟਿੰਗ ਹੋ ਗਈ, ਆਰਗੇਨਾਈਜੇਸ਼ਨ ਦੇ ਵਿੱਚ ਪ੍ਰੋਸੈਸ ਕੰਸਲਟਿੰਗ ਹੁੰਦੀ ਹੈ ਜੀ, ਉਹ ਕੀਤੀ। ਇੰਡੀਪੈਂਡੈਂਟ ਪ੍ਰੋਗਰਾਮ ਨੂੰ ਮੈਨੇਜ ਕੀਤਾ, ਉਹਨਾਂ ਨੂੰ ਆਡਿਟ ਕਰਨਾ, ਇਹ ਸਭ ਚੀਜ਼ਾਂ ਮੈਂ ਆਪਣੇ ਕਰੀਅਰ ਦੇ ਵਿੱਚ ਕੀਤੀਆਂ। ਕਿਉਂਕਿ CXO ਦੇ ਨਾਲ ਵੱਡੇ ਲੈਵਲ ਦੇ ਐਗਜ਼ੈਕਟਿਵ ਨਾਲ ਕੰਮ ਕੀਤਾ ਤੇ ਇੱਕ ਅਲੱਗ ਤਰੀਕੇ ਦਾ ਇੱਕ ਤੁਹਾਨੂੰ ਐਕਸਪੋਜ਼ਰ ਮਿਲਦਾ ਹੈ, ਇੱਕ ਅਲੱਗ ਤਰੀਕੇ ਦੀ ਤੁਹਾਡੀ ਜਾਣਕਾਰੀ ਹੁੰਦੀ ਹੈ, ਤੇ ਤੁਸੀਂ ਵੱਡੇ ਪ੍ਰੋਗਰਾਮਸ ਸੰਭਾਲਣ ਦੇ ਤੁਹਾਨੂੰ ਸਮਰੱਥਾ ਆਉਂਦੀ ਹੈ। ਤੇ ਇਹ ਸਭ ਚੀਜ਼ਾਂ ਮੇਰੀ ਬੈਕਗਰਾਉਂਡ ਰਹੀ ਹੈ ਜੀ। ਤੇ ਹੁਣ ਅਸੀਂ ਸਿੱਖ ਕਰੀਅਰ ਗਰੋਥ ਤੇ ਉਹਦੇ ਆਈਏ। ਤੇ ਤਕਰੀਬਨ 3 ਸਾਲ ਪਹਿਲੇ 2020 ਐਗਜ਼ੈਕਟਲੀ 2020 ਦੇ ਵਿੱਚ ਜਦੋਂ ਕੋਵਿਡ ਸਟਾਰਟ ਹੋਇਆ, ਤਾਂ ਅਸੀਂ ਲੋਕੀ ਸਾਰੇ ਆਫਿਸਾਂ 'ਚ ਕੰਮ ਕਰ ਰਹੇ ਸੀ ਤੇ ਅਚਾਨਕ ਸਾਨੂੰ ਵਰਕ ਫਰੋਮ ਹੋਮ ਕਰਨਾ ਪੈ ਗਿਆ। ਤੇ ਸਾਰੇ ਜਿਹੜੇ ਆਫਿਸਿਸ ਹੈਗੇ ਸੀ ਉਹ ਇੱਕਦਮ ਲਾਕਡਾਊਨ ਹੋ ਗਏ, ਔਰ ਅਸੀਂ ਸਾਰਾ ਜਿਹੜਾ ਵਰਕ ਫੋਰਸ ਸੀ ਉਹ ਆਪਣੀ ਘਰਾਂ 'ਚੋਂ ਆਪਣੇ ਲੈਪਟਾਪ ਦੇ ਉੱਤੇ ਕੰਮ ਕਰਨਾ ਸ਼ੁਰੂ ਹੋ ਗਏ। ਤੇ ਉਦੋਂ ਕਈਆਂ ਦੀ ਜੌਬਸ ਚਲੀ ਗਈਆਂ ਸੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਛੋਟੀ ਕਿੰਨੀ ਕੰਪਨੀਆਂ ਕਲੋਜ਼ ਹੋ ਗਈਆਂ ਸੀ, ਤੇ ਮਤਲਬ ਉਹਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਨੂੰ ਆਪਣੀ ਜੌਬਸ ਗਵਾਉਣੀਆਂ ਪਈਆਂ ਸੀ। ਤੇ ਅਸੀਂ ਕੀ ਕਰਦੇ ਸੀ ਕਿ ਬਈ ਜਦੋਂ ਸਾਨੂੰ ਏਦਾਂ ਪਤਾ ਲੱਗਿਆ, ਪਹਿਲੇ ਤੇ ਆਕਸੀਜਨ ਦੇ ਉੱਤੇ ਕਾਫੀ ਸੇਵਾ ਗੁਰੂ ਸਾਹਿਬ ਨੇ ਲਿੱਤੀ, ਸਿਲੰਡਰ ਪਹੁੰਚਾਉਣ ਦੀ, ਜਾਨ ਬਚਾਉਣ ਦੀ, ਸਭ ਚੀਜ਼ਾਂ ਸੇਵਾ ਲਿੱਤੀਆਂ। ਉਸ ਤੋਂ ਬਾਅਦ ਜਦੋਂ ਥੋੜਾ ਸਟੇਬਲ ਹੋ ਗਿਆ ਤਾਂ ਸਾਡੇ ਦਿਮਾਗ ਵਿੱਚ ਗੁਰੂ ਸਾਹਿਬ ਨੇ ਆਪੇ ਹੀ ਬਖਸ਼ਿਆ ਕਿ ਬਈ ਹੁਣ ਜਿਹੜੇ ਲੋਕਾਂ ਪਰਿਵਾਰਾਂ ਦੀ ਜੌਬ ਚਲੀ ਗਈਆਂ ਨੇ, ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਜੌਬਸ ਦਵਾਈਏ। ਤੇ ਇਹ ਸਾਡਾ ਫਰਸਟ ਮੋਟਿਵ ਹੈਗਾ ਸੀ ਕਿ ਬਈ ਅਸੀਂ ਜਿਹੜੇ ਬੰਦੇ ਹੈਗੇ ਜਿਨ੍ਹਾਂ ਦੀ ਜੌਬ ਚਲੀ ਗਈ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਸਾਡੇ ਨੈਟਵਰਕ ਹੈਗੇ ਨੇ, ਸਾਡੇ ਕਨੈਕਟਸ ਹੈਗੇ ਨੇ, ਉਹਨਾਂ 'ਚ ਲਗਵਾਈਏ। ਤੇ ਉੱਥੋਂ ਇਹਦੀ ਇੱਕ ਸਾਡੇ ਦਿਮਾਗ ਦੇ ਵਿੱਚ ਇੱਕ ਉਪਜਿਆ ਕਿ ਬਈ ਅਸੀਂ ਲੋਕਾਂ ਦੇ ਕਰੀਅਰ ਦੇ ਉੱਤੇ ਫੋਕਸ ਕਰੀਏ, ਲੋਕਾਂ ਨੂੰ ਲੌਂਗ ਟਰਮ ਜੇ ਬੈਨੀਫਿਟ ਦੇਣਾ ਤੇ ਉਹਨਾਂ ਨੂੰ ਅੱਛੇ ਕਰੀਅਰ ਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਸਹਾਇਤਾ ਕੀਤੀ, ਉਹਨਾਂ ਦੇ ਬਾਂਹ ਫੜੀ, ਤਾਂ ਇਹ ਸਭ ਤੋਂ ਵਧੀਆ ਸੇਵਾ ਹੋਏਗੀ। ਕਿਉਂਕਿ ਅਸੀਂ ਲੰਗਰ ਵੀ ਬਥੇਰੇ ਲਗਾਉਂਦੇ ਆਏ ਹਾਂ, ਅੱਗੇ ਵੀ ਲਗਾਵਾਂਗੇ, ਪਰ ਉਹ ਜੇ ਲੰਗਰ ਹੁੰਦੇ ਆ ਉਹ ਇੱਕ ਵਨ ਟਾਈਮ ਇਵੈਂਟ ਹੁੰਦਾ ਹੈ ਜੀ, ਜਿਹਦੇ ਵਿੱਚ ਆਪਾਂ ਵੀ ਸਮਾਜ ਦੀ ਲੌਂਗ ਟਰਮ ਤੱਕ ਸੇਵਾ ਨਹੀਂ ਕਰ ਸਕਦੇ। ਲੌਂਗ ਟਰਮ ਦਾ ਬੈਨੀਫਿਟ ਜਿਹੜਾ ਹੋਏਗਾ ਉਹ ਤੇ ਪੜ੍ਹਾਈ ਦੇ ਵਿੱਚ ਹੋਏਗਾ,
ਉਹਨਾਂ ਦੀ ਕਰੀਅਰ ਮੇਕਿੰਗ ਵਿੱਚ ਹੋਏਗਾ। ਇਹ ਸਾਡਾ ਉਦੇਸ਼ ਸੀ। ਇਸ ਉਦੇਸ਼ ਦੇ ਉੱਤੇ ਅਸੀਂ ਇੱਕ ਸਿੱਖ ਕਰੀਅਰ ਗਰੋਥ ਦੀ ਇੱਕ ਸਥਾਪਨਾ ਕੀਤੀ, ਜਿਹਦੇ ਵਿੱਚ ਅਸੀਂ ਸਾਰੇ ਜਿਹੜੇ ਕਿ ਪ੍ਰੋਫੈਸ਼ਨਲ ਹੈਗੇ ਨੇ, ਜਿਹੜੇ ਕਿ MNC ਵਿੱਚ ਕੰਮ ਕਰਦੇ ਨੇ, ਕਾਰਪੋਰੇਟ ਵਿੱਚ ਕੰਮ ਕਰਦੇ ਆ, ਉਹਨਾਂ ਨੂੰ, ਉਹ ਸਾਡੇ ਨਾਲ ਆਲਰੇਡੀ ਜੁੜੇ ਹੋਏ ਸੀ ਤੇ ਉਹਨਾਂ ਨੂੰ ਮਿਲਾ ਕੇ ਅਸੀਂ ਇੱਕ ਸਿੱਖ ਕਰੀਅਰ ਗਰੋਥ ਇੱਕ NGO ਬਣਾਇਆ, ਜਿਹਨੂੰ ਅਸੀਂ ਰਜਿਸਟਰ ਕਰਾਇਆ, ਉਹਦੀ ਵੈਬਸਾਈਟ ਬਣਾਈ ਤੇ ਉਹਦੇ ਉੱਥੋਂ ਅਸੀਂ ਫਿਰ ਆਪਣਾ ਜਿਹੜਾ ਇਨੀਸ਼ੀਏਟਿਵ ਹੈ ਸੋਸ਼ਲ ਇਨੀਸ਼ੀਏਟਿਵ, ਉਹਦੇ ਉੱਤੇ ਅਸੀਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਿ ਅਸੀਂ ਇੱਕ ਗ੍ਰਾਸ ਰੂਟ ਲੈਵਲ ਤੇ ਲੋਕਾਂ ਦੀ ਅਸੀਂ ਸੇਵਾ ਕਰੀਏ, ਬੈਕ ਟੂ ਦ ਸੁਸਾਇਟੀ ਕੁਝ ਦਈਏ। ਬਿਲਕੁਲ ਸਰ, ਬਹੁਤ ਵਧੀਆ। 2020 ਤੋਂ ਸਟਾਰਟ ਕੀਤਾ। ਬਿਲਕੁਲ ਬਹੁਤ ਵਧੀਆ, ਕਿਉਂਕਿ ਸਾਡੇ ਗੁਰੂ ਸਾਹਿਬਾਂ ਦਾ ਵੀ ਇਹੀ ਸਿਧਾਂਤ ਹੈ ਕਿ ਲੋਕਾਂ ਨੂੰ ਰੋਟੀ ਤੇ ਦੋ। ਰੋਟੀ ਦੇਣਾ ਬਹੁਤ ਵੱਡਾ ਪੁੰਨਿਆ ਹੈ, ਪਰ ਕਿਸੇ ਨੂੰ ਜੇ ਤੁਸੀਂ ਰੋਟੀ ਕਮਾਉਣ ਦੇ ਕਾਬਿਲ ਬਣਾ ਦਿੰਦੇ ਹੋ, ਉਹਨੂੰ ਰੋਟੀ ਕਮਾਉਣ ਦੇ ਸਕੋਪਸ ਦੇ ਦਿੰਦੇ ਹੋ, ਤਾਂ ਇਹ ਪੁੰਨਾਂ ਦੇ ਸਿਰ ਵੀ ਪੁੰਨ ਹੋ ਜਾਂਦਾ ਹੈ। ਇਹ ਸਭ ਤੋਂ ਵੱਡਾ ਗੁਣ ਹੈ। ਔਰ ਗੁਰਬਾਣੀ ਵੀ ਕਹਿੰਦੀ ਹੈ, ਵਿਨ ਗੁਣ ਕੀਤੇ ਭਗਤ ਨਾ ਹੋਏ। ਜਦੋਂ ਤਾਈਂ ਅਸੀਂ ਕੋਈ ਚੰਗੇ ਕੰਮ ਨਹੀਂ ਕਰਦੇ, ਉਦੋਂ ਤਾਈਂ ਕੋਈ ਭਗਤੀ ਨਹੀਂ। ਚਾਹੇ ਜਿੰਨਾ ਮਰਜ਼ੀ ਰੱਬ ਦਾ ਨਾਮ ਜਪੀ ਜਾਓ, ਐਕਚੁਅਲ ਦੇ ਵਿੱਚ ਰੱਬ ਦਾ ਨਾਮ ਹੈ ਜਪਣਾ, ਉਹ ਚੰਗੇ ਕੰਮ ਕਰਨਾ ਹੀ ਹੈ, ਤੇ ਤੁਸੀਂ ਉਹਨਾਂ ਚੰਗੇ ਕੰਮਾਂ ਨੂੰ ਕਰਨ ਦੇ ਵਿੱਚ ਲੱਗੇ ਹੋਏ ਹੋ। ਤੇ ਵੀਰ ਜੀ, ਇਹਦੇ ਨਾਲ ਹੀ ਇਹ ਸਵਾਲ ਇਸ ਕਰਕੇ ਵੀ ਬੜਾ ਅਹਿਮ ਹੋ ਜਾਂਦਾ ਹੈ, ਅੱਜ ਜੋ ਤੁਸੀਂ ਇੰਨੀਆਂ ਵੱਡੀਆਂ ਕਾਰਪੋਰੇਟਸ ਦੇ ਵਿੱਚ ਕੰਮ ਕਰਦੇ ਹੋ, ਪਰ ਫਿਰ ਵੀ ਇੰਡੀਆ ਦੇ ਵਿੱਚ ਤੁਸੀਂ ਦੇਖਦੇ ਹੋ ਬੇਰੁਜ਼ਗਾਰੀ ਦੀ ਕਾਫੀ ਵੱਡੀ ਪ੍ਰੋਬਲਮ ਇੱਥੇ ਸਾਨੂੰ ਦਿਸਦੀ ਹੈ, ਤੇ ਤੁਸੀਂ ਉਸ ਨੂੰ ਦੂਰ ਕਰਨ ਦੇ ਵਿੱਚ ਲੱਗੇ ਹੋਏ ਹੋ। ਤੇ ਇਸ ਨੂੰ ਪੂਰੇ ਨੂੰ ਕਿਵੇਂ ਦੇਖਦੇ ਹੋ? ਇਹ ਵੱਡੀਆਂ ਕੰਪਨੀਆਂ ਦੇ ਵਿੱਚ ਲੱਗ ਕੇ ਕਿਹੋ ਜਿਹੇ ਸਕੋਪਸ ਸਾਡੇ ਨੌਜਵਾਨਾਂ ਲਈ ਰਹਿੰਦੇ ਆ? ਰੀਜ਼ਨ ਇਹ ਹੈ ਕਿ ਅੱਜ ਹਰ ਬੱਚਾ ਇਹ ਚਾਹੁੰਦਾ ਹੈ ਕਿ ਜਾਂ ਮੈਂ ਵਿਦੇਸ਼ ਚਲਾ ਜਾਵਾਂ ਤੇ ਜਾਂ ਮੈਨੂੰ ਸਰਕਾਰੀ ਨੌਕਰੀ ਮਿਲ ਜਾਏ। ਪ੍ਰਾਈਵੇਟ ਨੌਕਰੀਆਂ ਵੱਲ ਬੱਚਿਆਂ ਦੀ ਇੱਛਾ ਨਹੀਂ ਹੁੰਦੀ, ਮਜਬੂਰੀ ਵੱਸ ਜਾਂਦੇ ਆ। ਅੰਤ ਤੱਕ ਉਹਨਾਂ ਦੀ ਖਵਾਹਿਸ਼ ਸਰਕਾਰੀ ਨੌਕਰੀ ਰਹਿੰਦੀ ਹੈ ਜਾਂ ਵਿਦੇਸ਼ ਦੌੜਨਾ ਰਹਿੰਦਾ ਹੈ। ਤੇ ਪ੍ਰਾਈਵੇਟ ਸੈਕਟਰ 'ਚ ਤੁਸੀਂ ਇੰਨਾ ਲੰਬਾ ਟਾਈਮ ਰਹੇ ਹੋ, ਪ੍ਰਾਈਵੇਟ ਸੈਕਟਰ 'ਚ ਕੈਰੀਅਰ ਗਰੋਥ ਕਿਸ ਤਰ੍ਹਾਂ ਦੀ ਹੈ? ਥੋੜਾ ਜਿਹਾ ਕੰਪੇਅਰ ਕਰ ਦਿਓ ਇਸ ਨੂੰ ਸਰਕਾਰੀ ਦੇ ਨਾਲ। ਜੀ, ਕੁਐਸਚਨ ਤੁਹਾਡਾ ਬਹੁਤ ਹੀ ਸੋਹਣਾ, ਬਹੁਤ ਹੀ ਡੂੰਘਾ ਕੁਐਸਚਨ ਹੈਗਾ ਔਰ ਬਹੁਤ ਹੀ ਰੈਲੇਵੈਂਟ ਹੈਗਾ। ਤੇ ਇਹ ਸਾਡੇ ਜਦੋਂ ਅਸੀਂ ਸਟਾਰਟ ਕੀਤਾ ਸੀ, ਇਹ ਸਾਰੀ ਚੀਜ਼ਾਂ ਸਾਡੇ ਦਿਮਾਗ ਵਿੱਚ ਆਈਆਂ ਸੀ ਔਰ ਇਹਦੇ ਬਾਰੇ ਅਸੀਂ ਪੂਰਾ ਕਾਫੀ ਗਹਿਰਾਈ ਦੇ ਨਾਲ ਇਹਦੇ ਉੱਤੇ ਰਿਸਰਚ ਕੀਤੀ। ਤੇ ਅਸੀਂ ਹੁਣ ਬੜੇ ਕੌਨਫੀਡੈਂਟਲੀ ਇਹ ਚੀਜ਼ ਕਹਿ ਸਕਦੇ ਹਾਂ ਕਿ ਹਰ ਇੱਕ ਨੌਜਵਾਨ ਦੀ ਇੱਕ ਅਲੱਗ ਬੈਕਗਰਾਉਂਡ ਹੁੰਦੀ ਹੈ, ਉਹਦਾ ਇੱਕ ਅਲੱਗ ਸਥਿਤੀ ਹੁੰਦੀ ਹੈ, ਉਹਦਾ ਇੱਕ ਅਲੱਗ ਕੰਪੀਟੈਂਸੀ ਹੁੰਦੀ ਹੈ, ਉਹਦੇ ਵਿੱਚ ਸ਼ਮਤਾ ਦੀ ਲੈਵਲ ਵੀ ਅਲੱਗ ਹੁੰਦਾ ਹੈ ਜੀ। ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੰਦੇ ਕਾਰਪੋਰੇਟ ਵਿੱਚ ਹੀ ਜਾ ਸਕਦੇ ਆ, ਜਾਂ ਸਾਰੇ ਬੰਦੇ ਬਾਹਰ ਹੀ ਜਾ ਸਕਦੇ ਆ, ਆਊਟ ਆਫ ਇੰਡੀਆ ਜਾ ਸਕਦੇ ਆ, ਜਾਂ ਸਾਰੇ ਬੰਦੇ ਗਵਰਨਮੈਂਟ ਦੀ ਸਰਕਾਰੀ ਨੌਕਰੀਆਂ ਹੀ ਕਰ ਸਕਦੇ ਆ। ਬਿਲਕੁਲ। ਤੇ ਇਸ ਲਈ ਸਾਨੂੰ ਆਪਣੀ ਅਪਰੋਚ, ਜਿਹੜੀ ਸਾਡੀ ਅਪਰੋਚ ਹੈਗੀ ਹੈ, ਉਹ ਬੜੀ ਹੀ ਯੂਨੀਵਰਸਲ ਅਸੀਂ ਅਪਰੋਚ ਰੱਖੀ ਹੈ ਜੀ। ਅਸੀਂ ਕੀ ਕੀਤਾ ਹੈ ਔਰ ਅਸੀਂ ਕੀ ਕਰਦੇ ਹਾਂ ਜੀ, ਅਸੀਂ ਹੁਣ ਤੋਂ ਅਸੀਂ ਆਪਣਾ ਜਿਹੜਾ ਫੋਕਸ ਹੈਗਾ ਉਹ ਅਸੀਂ ਕੁਝ ਜਿਹੜਾ ਬੱਚਾ ਹੈਗਾ, ਜਦੋਂ ਬੱਚਾ ਪੜ੍ਹਾਈ ਕਰ ਰਿਹਾ ਸਕੂਲ ਵਿੱਚ, ਉੱਥੇ ਤੱਕ ਲੈ ਗਏ ਹਾਂ ਜੀ। ਅਸੀਂ ਆਪਣਾ ਜਿਹੜਾ ਸ਼ੁਰੂਆਤ ਕਰੀਦੀ ਹੁੰਦੀ ਹੈ, ਅਸੀਂ ਬੱਚਿਆਂ ਨੂੰ ਸਕੂਲਿੰਗ ਤੋਂ ਸਟਾਰਟ ਅਸੀਂ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਕਿ ਉਹਨਾਂ ਦੀ ਹੈਲਪ ਕਰਨਾ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਹੁਣ ਅਸੀਂ ਕਿਸ ਤਰ੍ਹਾਂ ਦਾ ਦੇਖਦੇ ਹਾਂ, ਅਸੀਂ ਸਾਡੇ ਨਾਲ ਹੁਣ ਬੜੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਸਾਈਕੋਲੋਜਿਸਟ ਵੀ ਜੁੜੇ ਹੋਏ ਹੈ, ਬਿਲਕੁਲ, ਐਜੂਕੇਟਿਵ ਵੀ ਜੁੜੇ ਹੋਏ ਹੈ, ਪ੍ਰਿੰਸੀਪਲ ਆਫ ਸਕੂਲ ਵੀ ਜੁੜੇ ਹੋਏ ਹੈ ਹੈਗੇ ਆ, ਤੇ ਪ੍ਰਿੰਸੀਪਲ ਆਫ ਕਾਲਜਿਸ ਵੀ ਜੁੜੇ ਹੋਏ ਹੈ। ਤੇ ਸਾਰਿਆਂ ਨਾਲ ਸਾਡੀ ਗੱਲਬਾਤ ਚੱਲਦੀ ਹੈ, ਸਾਡੀ ਮੀਟਿੰਗਸ ਹੁੰਦੀਆਂ ਨੇ। ਉਹਦੇ ਵਿੱਚ ਅਸੀਂ ਇਹ ਚੀਜ਼ ਦੇਖੀ ਕਿ ਜਿਹੜੇ ਬੱਚਿਆਂ ਦੀ ਬੇਸ ਅੱਛੀ ਹੁੰਦੀ ਹੈ ਪੜ੍ਹਾਈ ਦੇ ਵਿੱਚ, ਉਹ ਤੇ ਬੱਚੇ ਹਮੇਸ਼ਾ ਆਪਣੀ ਜ਼ਿੰਦਗੀ ਸਕਸੈਸਫੁਲ ਰਹਿੰਦੇ ਆ, ਭਾਵੇਂ ਉਹ ਸਰਕਾਰੀ ਚ ਰਹਿਣ, ਭਾਵੇਂ ਉਹ ਪ੍ਰਾਈਵੇਟ ਕੰਪਨੀਆਂ ਚ ਰਹਿਣ, ਕਾਰਪੋਰੇਟ ਚ ਰਹਿਣ, ਕਿਤੇ ਵੀ ਰਹਿਣ। ਇਹਦੇ ਵਾਸਤੇ ਸਾਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਜਦੋਂ ਬੱਚਾ ਪੜ੍ਹਨ ਦੀ ਸਟੇਜ ਵਿੱਚ ਹੁੰਦਾ ਹੈ, ਜਦੋਂ ਸਕੂਲ ਵਿੱਚ ਹੁੰਦਾ ਹੈ, ਔਰ ਜਦੋਂ ਬੱਚਾ ਜਿੰਨੀ ਕਿ ਜਲਦੀ ਪੇਰੈਂਟਸ ਜਿਹੜੇ ਹੁੰਦੇ ਆ ਉਹਨੂੰ ਸੀਰੀਅਸ ਹੋ ਜਾਣ ਆਪਣੇ ਬੱਚੇ ਦੀ ਪੜ੍ਹਾਈ ਦੇ ਉੱਤੇ, ਠੀਕ ਹੈ, ਤੇ ਉਹਨਾਂ ਹੀ ਬੱਚਾ ਲੌਂਗ ਟਰਮ ਦੇ ਵਿੱਚ ਆਪਣੇ ਪਰਿਵਾਰ ਦੇ ਲਈ ਇੱਕ ਐਸੈਟ ਬਣ ਜਾਏਗਾ। ਤੇ ਜੇ ਅਸੀਂ ਸ਼ੁਰੂਆਤੀ ਦੌਰ ਤੇ
ਪੜ੍ਹਾਈ ਦੇ ਉੱਤੇ ਬਿਲਕੁਲ ਜ਼ੋਰ ਘੱਟ ਦਿੱਤਾ ਤੇ ਉਹ ਸਾਡੇ ਵਾਸਤੇ ਇੱਕ ਲਾਇਬਿਲਿਟੀ ਬਣ ਜਾਏਗਾ। ਸਾਨੂੰ ਉਹਨੂੰ ਪੜ੍ਹਾ ਕੇ ਸਾਨੂੰ ਉਹਨੂੰ ਕਾਰੋਬਾਰ ਖੋਲਣੇ ਪੈਣਗੇ, ਉਹਦੀ ਹਰ ਟਾਈਮ ਤੇ ਉਹਦੀ ਮਦਦ ਕਰਨੀ ਪਏਗੀ। ਉਹ ਕਦੀ ਇੰਡੀਪੈਂਡੈਂਟ ਔਰ ਸੈਲਫ ਡਿਪੈਂਡੈਂਟ ਕਦੀ ਨਹੀਂ ਹੋਏਗਾ। ਇਸ ਲਈ ਪੜ੍ਹਾਈ ਦੇ ਉੱਤੇ ਅੱਜ ਦੀ ਡੇਟ ਤੇ ਬਹੁਤ ਜ਼ਿਆਦਾ ਹੀ ਫੋਕਸ ਕਰਨਾ ਚਾਹੀਦਾ ਹੈ ਸਾਡੇ ਸਮਾਜ ਨੂੰ। ਤੇ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ 8ਵੀਂ ਕਲਾਸ ਦੇ ਬੱਚਿਆਂ ਤੋਂ ਅਸੀਂ ਸਟਾਰਟ ਕਰ ਦਿੰਦੇ ਹਾਂ। ਜਿਹੜਾ ਬੱਚਾ ਨੂੰ ਅਸੀਂ ਅਪਰੋਚ ਜਾਂ ਸਕੂਲ ਨੂੰ ਅਪਰੋਚ ਕਰਦੇ ਹਾਂ ਜਾਂ ਇੰਡੀਵਿਜੂਅਲੀ ਸਾਡੇ ਥਰੂ ਮਾਊਥ ਐਡਵਰਟੀਜ਼ਮੈਂਟਸ ਕਿਸੇ ਨੂੰ ਪਤਾ ਲੱਗਿਆ ਕਿ ਅਸੀਂ ਕਰੀਅਰ ਕਾਉਂਸਲਿੰਗ ਕਰਦੇ ਹਾਂ ਤੇ ਉਹ ਸਾਡੇ ਕੋਲ ਜਦੋਂ ਵੀ ਆਉਂਦਾ ਹੈ ਅਸੀਂ 8ਵੀਂ ਕਲਾਸ ਦੇ ਬੱਚਿਆਂ ਤੋਂ ਉੱਪਰ ਤੱਕ ਸਾਰੇ ਬੱਚਿਆਂ ਦੀ ਔਰ ਈਵਨ ਪ੍ਰੋਫੈਸ਼ਨਲ ਦੀ ਵੀ ਇੱਕ ਸਭ ਤੋਂ ਪਹਿਲੇ ਇੱਕ ਸਾਈਕੋਮੈਟ੍ਰਿਕ ਐਨਾਲਿਸਿਸ ਕਰਦੇ ਹਾਂ। ਸੋ ਸਾਈਕੋਮੈਟ੍ਰਿਕ ਐਨਾਲਿਸਿਸ ਕੀ ਹੁੰਦੀ ਹੈ ਜੀ ਤੁਸੀਂ ਵਿਦੇਸ਼ਾਂ ਵਿੱਚ, ਕਿਉਂਕਿ ਅਸੀਂ ਕਾਫੀ ਟਰੈਵਲ ਵੀ ਕੀਤਾ ਹੋਇਆ ਵਿਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਕੋਈ ਵੀ ਸੰਸਥਾ ਸਕੂਲ ਹੋਵੇ ਕਾਲਜ ਹੋਵੇ ਉਹ ਬੱਚੇ ਦਾ ਆਪਣਾ ਪੋਟੈਂਸ਼ੀਅਲ ਪਹਿਲੇ ਦੇਖਦੀ ਹੈ ਔਰ ਉਹ ਪੋਟੈਂਸ਼ੀਅਲ ਦੇਖਣ ਦਾ ਇੱਕੋ ਇੱਕ ਤਰੀਕਾ ਹੈਗਾ ਜਿਹੜਾ ਕਿ ਯੂਨੀਵਰਸਲੀ ਐਕਸੈਪਟਡ ਹੈਗਾ ਔਰ ਬਹੁਤ ਰਿਸਰਚ ਹੈਗਾ ਜਿਹਨੂੰ ਕਹਿੰਦੇ ਆ ਸਾਈਕੋਮੈਟ੍ਰਿਕ ਐਨਾਲਿਸਿਸ। ਸਾਈਕੋਮੈਟ੍ਰਿਕ ਐਨਾਲਿਸਿਸ ਇੱਕ ਤਰੀਕੇ ਦਾ ਇੱਕ ਕੁਐਸਚਨੇਅਰ ਹੁੰਦਾ ਹੈ, ਬੜਾ ਆਸਾਨ ਹੁੰਦਾ ਹੈ, ਜਿਹਦੇ ਵਿੱਚ ਕੁਝ ਤਿਆਰੀ ਨਹੀਂ ਕਰਨੀ ਪੈਂਦੀ ਬੱਚੇ ਵੱਲੋਂ ਕੁਝ ਸਵਾਲ ਪੁੱਛੇ ਜਾਂਦੇ ਆ ਤੇ ਉਹ ਸਵਾਲਾਂ ਦੇ ਵਿੱਚੋਂ ਹੀ ਬੱਚੇ ਦਾ ਇੰਟਰਸਟ, ਬੱਚੇ ਦਾ ਪੈਸ਼ਨ, ਬੱਚੇ ਦਾ ਸਟਰੈਂਥ ਏਰੀਆਜ਼, ਬੱਚੇ ਦੇ ਵੀਕ ਏਰੀਆਜ਼, ਉਹ ਸਭ ਚੀਜ਼ਾਂ ਉਹਨਾਂ ਸਵਾਲਾਂ ਦੇ ਵਿੱਚ ਨਾ ਨਿਕਲ ਕੇ ਆ ਜਾਂਦੀਆਂ। ਉਹ ਜਦੋਂ ਅਸੀਂ ਕਰਦੇ ਹਾਂ ਸਾਡੀ ਰਿਪੋਰਟ ਨਿਕਲ ਕੇ ਆਉਂਦੀ ਹੈ ਸਾਡੇ ਸਾਹਮਣੇ, ਉਹ ਹਰ ਬੱਚੇ ਦਾ ਇੱਕ ਸਾਡੇ ਸਾਹਮਣੇ ਇੱਕ ਆਇਨਾ ਆ ਜਾਂਦਾ ਹੈ ਕਿ ਇਹ ਬੱਚੇ ਦੇ ਵਿੱਚ ਇਹ ਬੱਚਾ ਇਸ ਏਰੀਆ ਦੇ ਵਿੱਚ ਬਹੁਤ ਸਟਰੋਂਗ ਹੈਗਾ। ਫਿਰ ਅਸੀਂ ਬੱਚਿਆਂ ਦੇ ਸਕੂਲ ਦੇ ਜਿਹੜੇ ਉਹਦੇ ਰਿਪੋਰਟ ਕਾਰਡ ਹੁੰਦੀ ਹੈ ਉਹਨੂੰ ਨਾਲ ਰੱਖਦੇ ਹਾਂ। ਫਿਰ ਅਸੀਂ ਬੱਚਿਆਂ ਦੇ ਪੇਰੈਂਟਸ ਦੇ ਨਾਲ ਗੱਲ ਕਰਦੇ ਹਾਂ, 1-to-1 ਕਾਉਂਸਲਿੰਗ ਕਰਦੇ ਹਾਂ ਕਿ ਤੁਹਾਡੀ ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਹੈਗੀ ਹੈ, ਕੋਈ ਬੱਚਾ ਕੀ ਬਣਾਉਣਾ ਚਾਹੁੰਦੇ ਹੋ। ਕਈ ਵਾਰੀ ਬਹੁਤ ਵਾਰੀ ਇਹ ਹੁੰਦਾ ਵੀ ਜੀ ਕਿ ਪੇਰੈਂਟਸ ਨੂੰ ਕੋਈ ਆਈਡੀਆ ਹੀ ਨਹੀਂ ਹੁੰਦਾ। ਬਿਲਕੁਲ ਬਹੁਤ ਜ਼ਿਆਦਾ ਹੀ ਇਹ ਹੁੰਦਾ ਹੈ। ਬਹੁਤ ਵੱਡੀ ਪ੍ਰੋਬਲਮ ਹੈ ਜੀ। ਉਹ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਪੇਰੈਂਟਸ ਨੂੰ ਅਵੇਅਰਨੈਸ ਹੀ ਨਹੀਂ ਹੁੰਦੀ ਕਿ ਅਸੀਂ ਆਪਣੇ ਬੱਚੇ ਨੂੰ ਕਿਸ ਫੀਲਡ 'ਚ ਲੈ ਕੇ ਜਾਣਾ, ਕੀ ਕਰਨਾ। ਉਹਨਾਂ ਨੂੰ ਆਪਣੇ ਬੱਚੇ ਦੀਆਂ ਕੈਪੇਬਿਲਿਟੀਜ਼ ਤੇ ਡਿਸਕੈਪੇਬਿਲਿਟੀਜ਼ ਦਾ ਹੀ ਨਹੀਂ ਪਤਾ ਹੁੰਦਾ ਕਿ ਸਾਡਾ ਬੱਚਾ ਕਿੱਥੇ ਕੈਪੇਬਲ ਹੈ ਤੇ ਕਿੱਥੇ ਇਨਕੈਪੇਬਲ ਹੈ। ਔਰ ਇਹ ਸਾਰੀ ਉਹਦੀਆਂ ਕੁਆਲਿਟੀਜ਼ ਹੈ ਜਿਹੜੀਆਂ ਉਹਨੂੰ ਤੁਸੀਂ ਦੇਖ ਕੇ ਅੱਗੇ ਲੈ ਕੇ ਜਾਂਦੇ ਹੋ। ਇਹ ਪੇਰੈਂਟ ਦੀ ਬਹੁਤ ਵੱਡੀ ਹੈਲਪ ਤੁਸੀਂ ਇੱਕ ਤਰ੍ਹਾਂ ਕਰ ਰਹੇ ਹੁੰਦੇ ਹੋ ਉਹਨੂੰ ਰਾਈਟ ਫੀਲਡ ਦੇ ਤੇ ਅਸੀਂ ਜਦੋਂ ਉਹਦੀ ਰਿਪੋਰਟ ਆਪਣੇ ਸਾਹਮਣੇ ਰੱਖਦੇ ਹਾਂ ਤੇ ਫਿਰ ਅਸੀਂ ਆਨਲਾਈਨ ਉਹਨਾਂ ਦੇ ਪੇਰੈਂਟਸ ਦੇ ਨਾਲ ਅਸੀਂ ਮੀਟਿੰਗ ਰੱਖਦੇ ਹਾਂ ਜਿਹਦੇ ਵਿੱਚ ਉਹਦੇ ਪੇਰੈਂਟਸ ਸਾਨੂੰ ਦੇਖ ਰਹੇ ਹੁੰਦੇ ਆ, ਅਸੀਂ ਉਹਨਾਂ ਦੇ ਪੇਰੈਂਟਸ ਨੂੰ ਦੇਖਦੇ ਹਾਂ। ਅਸੀਂ ਉੱਥੋਂ ਅਸੀਂ ਰਿਪੋਰਟ ਸਾਡੇ ਸਾਹਮਣੇ ਹੁੰਦੀ ਹੈ। ਫਿਰ ਅਸੀਂ ਗਾਈਡ ਕਰਦੇ ਹਾਂ ਬੱਚਿਆਂ ਨੂੰ ਕਿ ਬਈ ਇਹ ਬੱਚੇ ਦਾ ਇਹ ਪੱਖ ਬਹੁਤ ਸਟਰੋਂਗ ਹੈਗਾ ਤੇ ਅਸੀਂ ਹਮੇਸ਼ਾ ਸਟਰੋਂਗ ਵਾਲੇ ਪੱਖ ਦੇ ਉੱਤੇ ਹੀ ਰਿਕਮੈਂਡ ਕਰਦੇ ਹਾਂ, ਸੁਜੈਸਟ ਕਰਦੇ ਹਾਂ ਕਿ ਤੁਸੀਂ ਇਹ ਆਪਣਾ ਕਰੀਅਰ ਬਣਾਓ। ਅਸੀਂ ਉਹਨਾਂ ਨੂੰ ਕਰੀਅਰ ਦੱਸਦੇ ਹਾਂ, ਅਸੀਂ ਮਲਟੀਪਲ ਕਰੀਅਰ ਦੱਸਦੇ ਹਾਂ, ਹਰ ਕਰੀਅਰ ਦੇ ਪ੍ਰੋਜ਼ ਐਂਡ ਕੌਨਸ ਦੱਸਦੇ ਹਾਂ, ਹਰ ਕਰੀਅਰ ਦੇ ਬਾਰੇ ਕਿੰਨਾ ਕੁ ਗਰੋਥ ਹੋ ਸਕਦਾ ਹੈ ਉਹ ਦੱਸਦੇ ਹਾਂ। ਜੇ ਕਿਸੇ ਨੂੰ ਬਾਹਰ ਜਾਣਾ ਹੈਗਾ ਤੇ ਫਿਰ ਅਸੀਂ ਕੰਬਾਈਨ ਇੱਕ ਪਰਸਨਲਾਈਜ਼ਡ ਸੈਸ਼ਨ ਕਰਦੇ ਹਾਂ ਜਿਹਦੇ ਵਿੱਚ ਹਰ ਚੀਜ਼ ਦਾ ਧਿਆਨ ਰੱਖ ਕੇ ਉਹਨੂੰ ਇੱਕ ਬਹੁਤ ਹੀ ਡੀਪਲੀ ਔਰ ਬਹੁਤ ਹੀ ਇੰਟੈਲੀਜੈਂਟ ਤਰੀਕੇ ਦੇ ਨਾਲ ਉਹਨੂੰ ਇੱਕ ਸਲਾਹ ਦਿੰਦੇ ਆ ਜਿਹਦੇ ਵਿੱਚ ਮਾਂ ਪਿਓ ਦੇ ਜਿਹੜੇ ਇਨਪੁਟ ਹੁੰਦੇ ਨੇ ਉਹ ਆਉਂਦੇ ਆ, ਬੱਚੇ ਦੇ ਇਨਪੁਟ ਆਉਂਦੇ ਆ, ਆਰਥਿਕ ਸਥਿਤੀ ਦੇਖੀ ਜਾਂਦੀ ਹੈ ਤੇ ਬੱਚੇ ਦੇ ਲਈ ਸ਼ਾਰਟ ਟਰਮ ਐਂਡ ਲੌਂਗ ਟਰਮ ਗੋਲਸ ਬਣਾਏ ਜਾਂਦੇ ਆ। ਬਿਲਕੁਲ ਜੀ, ਬਹੁਤ ਵਧੀਆ। ਬਹੁਤ ਬੱਚੇ ਨੂੰ ਭਾਵੇਂ ਉਹ 8ਵੀਂ ਦਾ ਹੋਵੇ, ਭਾਵੇਂ 9ਵੀਂ 10ਵੀਂ 11ਵੀਂ 12ਵੀਂ ਕਾਲਜ ਤੋਂ ਪਾਸ ਆਊਟ ਹੋ ਕੇ ਕਿਹੜੀ ਵੀ ਸਟੇਜ ਦਾ ਹੋਵੇ, ਜਦੋਂ ਵੀ ਉਹਨੂੰ ਲੱਗੇ ਕਿ ਮੈਨੂੰ ਅੱਗੇ ਕੀ ਕਰਨਾ ਹੈ, ਮੈਨੂੰ ਸਮਝ ਨਹੀਂ ਆ ਰਿਹਾ, ਉਹ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਤੇ ਅਸੀਂ ਉਹਨਾਂ ਨੂੰ ਸੇਵਾ ਇਹ ਦਿੰਦੇ ਹਾਂ। ਤੇ ਇਹਦੇ ਵਿੱਚ ਛੋਟੀ ਜਿਹੀ ਅਸੀਂ ਜ਼ਰੂਰ ਰੱਖੀ ਹੈ, ਆਪਣੀ ਇੱਕ ਚਾਰਜਿਸ ਰੱਖੇ ਆ, ਪਰ ਉਹ ਸਿਰਫ ਨੋਮੀਨਲ ਐਸੀ ਰੱਖੇ ਆ ਕਿਉਂਕਿ ਸਾਡੇ ਕੁਝ ਖਰਚੇ ਹੁੰਦੇ ਆ ਐਨਜੀਓ ਦੇ ਉਹ ਨਿਕਲਣ, ਬਾਕੀ ਸਾਨੂੰ ਇਹਦੇ ਚ ਕੋਈ ਪ੍ਰੋਫਿਟ ਨਹੀਂ ਚਾਹੀਦਾ ਕਿਉਂਕਿ ਸਾਰੇ ਜਿਹੜੇ ਸਾਡੇ ਬੰਦੇ ਵੋਲੰਟੀਅਰਸ ਹੈਗੇ ਨੇ ਉਹ ਆਪਣੇ ਆਪਣੇ ਕਮਾਈ ਆਪਣੇ ਆਪਣੇ ਕਾਰੋਬਾਰਾਂ ਵਿੱਚ ਹੈਗੇ ਨੇ, ਆਪਣੀ ਨੌਕਰੀਆਂ ਵਿੱਚ ਹੈਗੇ ਨੇ ਤੇ ਬੜੀ ਬੜੀ ਅੱਛੀ ਸੈਲਰੀਆਂ ਲੈਂਦੇ ਆ। ਤੇ ਸਾਡਾ ਸਿਰਫ ਇਹੀ ਉਪਰਾਲਾ ਹੈਗਾ ਕਿ ਅਸੀਂ ਕਿਸੇ ਤਰੀਕੇ ਨਾਲ ਸਮਾਜ ਨੂੰ ਅਸੀਂ
ਹੋਰ ਅੱਛੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਅਪਲਿਫਟ ਕਰੀਏ, ਜੋ ਸਾਨੂੰ ਆਂਦਾ ਅਸੀਂ ਉਹ ਵੰਡ ਕੇ ਜਾਈਏ ਇਸ ਦੁਨੀਆ ਤੋਂ। ਬਿਲਕੁਲ ਜੀ, ਬਹੁਤ ਵਧੀਆ ਸਰ। ਇਸੇ ਵਿਸ਼ੇ ਤੇ ਆਪਣੀ ਤੁਹਾਡੇ ਨਾਲ ਗੱਲਬਾਤ ਨਿਰੰਤਰ ਜਾਰੀ ਰਹੇਗੀ ਔਰ ਸਾਡੇ ਲਿਸਨਰਸ ਨੂੰ ਇਸ ਤੋਂ ਮੈਨੂੰ ਆਸ ਹੈ ਕਿ ਖੂਬ ਸਾਰਾ ਫਾਇਦਾ ਹੋਵੇਗਾ। ਪਰ ਅਸੀਂ ਇੱਕ ਲੈ ਰਹੇ ਹਾਂ ਛੋਟਾ ਜਿਹਾ ਬ੍ਰੇਕ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਬਹੁਤ ਜਲਦੀ ਲੌਟ ਕੇ ਵਾਪਸ ਆ ਰਹੇ ਹਾਂ। ਔਰ ਜਾਂਦੇ ਜਾਂਦਿਆਂ ਮੈਂ ਇੱਕ ਵਾਰ ਫਿਰ ਆਪਣੇ ਲਿਸਨਰ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅੱਜ ਰੇਡੀਓ ਖੁਸ਼ੀ 90.4 FM ਤੇ ਮੇਰੇ ਨਾਲ ਤੁਸੀਂ ਸੁਣ ਰਹੇ ਹੋ ਸਰਦਾਰ ਗੁਰਪ੍ਰੀਤ ਸਿੰਘ ਜੀ, ਸਿੱਖ ਕੈਰੀਅਰ ਗਰੋਥ ਵਾਲਿਆਂ ਨੂੰ, ਜਿਹੜੇ ਕਿ ਸਾਨੂੰ ਇਹ ਦੱਸ ਰਹੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ ਹਾਂ, ਕਿਸ ਤਰ੍ਹਾਂ ਉਹਨਾਂ ਨੂੰ ਸਪੈਸੀਫਿਕ ਫੀਲਡ ਦੇ ਵਿੱਚ ਹੈ ਜਿਹੜਾ ਉਹ ਹਾਈ ਪੋਜੀਸ਼ਨ ਤੱਕ ਪਹੁੰਚਾ ਸਕਦੇ ਹਾਂ। ਸਰ ਆਪ ਵੀ ਬੜੀਆਂ ਹਾਈ ਪੋਜੀਸ਼ਨਸ ਤੇ ਕੰਮ ਕਰ ਰਹੇ ਨੇ, ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟਾਂ ਨੂੰ ਹੈਂਡਲ ਕਰ ਰਹੇ ਆ। ਤੇ ਇਸ ਕਰਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਤੋਂ ਉਹ ਸਾਰੇ ਹੀ ਜਿਹੜੇ ਹੈਗੇ ਨੇ ਤਰੀਕੇ ਅਸੀਂ ਸਿੱਖਾਂਗੇ ਔਰ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਹੋਰ ਜ਼ਿਆਦਾ ਲਾਭ ਦੇ ਸਕਦੇ ਹਾਂ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਇੰਡੀਪੈਂਡੈਂਟ ਹੋ ਜਾਣ, ਸਾਡੇ ਤੇ ਡਿਪੈਂਡ ਨਾ ਰਹਿਣ, ਉਹ ਬੱਚਿਆਂ ਦਾ ਆਰਥਿਕ ਪੱਧਰ ਉੱਚਾ ਹੋਵੇ ਔਰ ਉਹਨਾਂ ਦੇ ਅੰਦਰ ਜਿਹੜਾ ਛੁਪਿਆ ਹੋਇਆ ਟੈਲੈਂਟ ਹੈ, ਉਹ ਉਹਨਾਂ ਦਾ ਪੋਟੈਂਸ਼ੀਅਲ ਅਨਲੌਕ ਕਿਸ ਤਰ੍ਹਾਂ ਕਰਨਾ ਹੈ, ਉਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਤੋਂ ਸੁਣਾਂਗੇ। ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਲੌਟ ਕੇ ਵਾਪਸ ਆ ਰਹੇ ਹਾਂ ਰੇਡੀਓ ਖੁਸ਼ੀ 90.4 FM ਤੇ। ਬਣੇ ਰਹੋ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰ